साहिब जी। मैं मूर्ख की केतक बात है, कोट पराती तरियारे। गुर नानक जिन सुनिया पेखिया, से फिर गरबास ना भरिया रे। वाहिगुरु जी ए नेत्र हो मेरे हो, हर तुम मह जोत तरी। हर बिन अवर न देखो कोई, हर बिन अवर न देखो कोई। नदरी हर निहालिया, एहो विस संसार तुम देख दे। एहो हर का रूप है, हर रूप नदरी आया। गुर प्रसादी बुझिया, जा वेखा हर एक है। हर बिन अवर न कोई, कह नानक एहे नेत्र अंध से। सतगुर मिलिया दिव्य दृष्ट होई, कह नानक एहे नेत्र अंध से। सतगुर मिलिया दिव्य दृष्ट होई। वाहिगुरु जी का खालसा, वाहिगुरु जी की फतेह। धन सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी गुरु प्यार वाली साध संगत, ਅੰਮ੍ਰਿਤ ਵੇਲੇ ਦੀ ਦਾਤ ਸਾਡੇ ਸਭਨਾਂ ਦੀ ਝੋਲੀ 'ਚ ਸਤਿਗੁਰਾਂ ਨੇ ਪਾਈ ਹੈ। ਵਡਭਾਗੀ ਹਾਂ ਜਿਨ੍ਹਾਂ ਨੂੰ ਸਤ ਸੰਗਤ ਦੀ ਇਹ ਦਾਤ ਬਖਸ਼ਿਸ਼ ਹੋਈ ਹੈ। ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। 6ਵੀਂ ਪੌੜੀ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰਾਂ ਨੇ ਕੀ ਬਖਸ਼ਿਸ਼ਾਂ ਰਹਿਮਤਾਂ ਅੱਜ ਦੀ ਇਸ ਪੌੜੀ ਦੇ ਅੰਦਰ ਵਰਤਾਈਆਂ ਨੇ। ਵਿਚਾਰਨ ਦਾ ਆਪਾਂ ਯਤਨ ਕਰਨਾ ਹੈ। ਵਿਚਾਰ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਕਰੀਏ ਇਕਾਗਰ, ਗੁਰੂ ਚਰਨਾਂ 'ਚ ਜੀ ਸੀਸ ਝੁਕਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ए नेत्र हो मेरे हो, हर तुम मह जोत तरी। हर बिन अवर ना देखो कोई। साध संगत जी, सतगुਰਾਂ ने बाणी दे अंदर वार-वार ये गल दृढ़ करवाई है कि भाई तेरी जिंदगी का मनोरथ है उस रब नूं पाउणा, ते उस रब नूं जे प्राप्त करना है उहदे लई साधन भी उस अकाल पुरख ने सानूं दित्ते ने। वो साधन ने साडे कोले साडे 5 ज्ञान इंद्र, जिन्हां द्वारा आपां हर प्रकार की जानकारी इकत्तर करते हैं, ज्ञान इकट्ठा करते हैं, समझ रखते हैं। तो साध संगत मनुख तां ही मनुख है जे उहदे कोले 5 ज्ञान इंद्रिय हैं, नहीं तो मनुख पत्थर की न्याई है। साडे नेत्र, साडे सरवण कन, साडी जेबा, नासका ते साडी चमड़ी स्पर्श जिन्हों कहिंदे, ये 5 ज्ञान इंद्र सानू बख्शिश कीते उस वाहिगुरू ने।
ਤੇ ਜੇ ਇਹ ਪੰਜ ਗਿਆਨ ਇੰਦਰ ਸਾਡੇ ਕੋਲ ਹਨ ਤੇ ਇਹਨਾਂ ਦੁਆਰਾ ਹੀ ਅਸੀਂ ਜਗਤ ਨੂੰ ਜਿਹੜਾ ਹੈ ਸਮਝ ਸਕਦੇ ਹਾਂ। ਇਹਨਾਂ ਅੱਖਾਂ ਦੁਆਰਾ ਦੇਖ ਕੇ ਕਿਸੇ ਚੀਜ਼ ਦੀ ਪਛਾਣ ਕਰਦੇ ਹਾਂ, ਕੰਨਾਂ ਦੁਆਰਾ ਸੁਣ ਕੇ ਪਛਾਣ ਕਰਦੇ ਹਾਂ, ਜੀਭਾਂ ਦੁਆਰਾ ਰਸ ਲੈ ਕੇ ਚੀਜ਼ ਦਾ ਸਵਾਦ ਲੈ ਕੇ ਦੇਖਦੇ ਹਾਂ, ਚਮੜੀ ਦੇ ਉੱਤੇ ਜੇ ਕੋਈ ਸਪਰਸ਼ ਕਰਦਾ ਹੈ ਤੇ ਪਤਾ ਲੱਗਦਾ ਹੈ ਕੌਣ ਹੈ, ਕਿੰਨੇ ਹੱਥ ਲਾਇਆ, ਸਾਰਾ ਪਤਾ ਲੱਗਦਾ, ਕਿਉਂਕਿ ਪੰਜ ਗਿਆਨ ਇੰਦਰੀ ਸਾਨੂੰ ਗਿਆਨ ਦੀ ਬਖਸ਼ਿਸ਼ ਕਰਦੇ ਆ। ਤੇ ਜੇਕਰ ਇਹ ਪੰਜ ਗਿਆਨ ਇੰਦਰੀ ਮਨੁੱਖ ਕੋਲ ਨਹੀਂ ਹਨ ਤੇ ਫਿਰ ਇਹ ਸਮਝ ਲਿਆ ਜਾ ਸਕਦਾ ਹੈ ਕਿ ਮਨੁੱਖ ਇੱਕ ਪੱਥਰ ਦੀ ਨਿਆਈ ਹੈ। ਜੇ ਪੰਜ ਗਿਆਨ ਇੰਦਰੀ ਨਾਲ ਹੋਣ, ਪੱਥਰ ਨੂੰ ਕੀ ਪਤਾ ਨੇੜੇ ਦੂਸਰਾ ਪੱਥਰ ਹੈ ਕਿ ਨਹੀਂ ਹੈ, ਉਹਦੇ ਕੋਲ ਨਾ ਅੱਖਾਂ ਹਨ, ਨਾ ਹੀ ਉਹਨੂੰ ਪਤਾ ਲੱਗਦਾ ਹੈ ਨੇੜੇ ਕੋਈ ਨਦੀ ਵਗ ਰਹੀ ਹੈ, ਸਪਰਸ਼ ਵੀ ਨਹੀਂ ਹੈ। ਪੱਥਰ ਭਾਵੇਂ ਜਿੰਨਾ ਚਿਰ ਮਰਜ਼ੀ ਪਿਆ ਰਵੇ ਇੱਕ ਜਗ੍ਹਾ ਦੇ ਉੱਤੇ, ਉਹਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਨੇੜੇ ਹੋ ਕੀ ਰਿਹਾ। ਤੇ ਮਨੁੱਖ ਸਾਧ ਸੰਗਤ ਤੇ ਸਾਰਾ ਗਿਆਨ ਰੱਖਦਾ ਹੈ, ਹਰ ਚੀਜ਼ ਦਾ, ਹਰ ਵਸਤੂ ਦਾ ਗਿਆਨ ਮਨੁੱਖ ਰੱਖਦਾ। ਕਿਉਂ? ਕਿਉਂਕਿ ਮਨੁੱਖ ਦੇ ਕੋਲ ਇਹ ਗਿਆਨ ਇੰਦਰ ਉਸ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ। ਇਹਨਾਂ ਗਿਆਨ ਇੰਦਰੀਆਂ ਦੇ ਵਿੱਚੋਂ ਇੱਕ ਗਿਆਨ ਇੰਦਰੀ ਦੀ ਗੱਲ ਸਤਿਗੁਰੂ ਅੱਜ ਸਾਨੂੰ ਸਮਝਾ ਰਹੇ ਆ। ਉਹਨਾਂ ਦੀ ਸਤਿਗੁਰਾਂ ਨੇ ਉਹ ਦੋ ਸਾਡੇ ਇਹ ਨੈਣ ਹਨ ਜਿਨ੍ਹਾਂ ਦੀ ਮਹਾਰਾਜ ਨੇ ਗੱਲ ਅੱਜ ਦੀ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਨੇਤਰ, ਨੇਤਰ ਦਾ ਭਾਵ ਇਹ ਅੱਖਾਂ, ਜਿਹਨੂੰ ਲੋਚਨ ਵੀ ਕਿਹਾ ਜਾਂਦਾ, ਬਾਣੀ ਦੇ ਅੰਦਰ ਲੋਚਨ ਸ਼ਬਦ ਵੀ ਵਰਤੇ। ਇਹ ਜਿਹੜੀਆਂ ਅੱਖਾਂ ਹਨ ਸਾਡੀਆਂ ਸਾਧ ਸੰਗਤ, ਇਹ ਸਾਡਾ ਇੱਕ ਗਿਆਨ ਇੰਦਰਾ ਹੈ। ਤੇ ਸੰਸਾਰ ਦਾ 80% ਗਿਆਨ ਅਸੀਂ ਇਹਨਾਂ ਨੇਤਰਾਂ ਦੇ ਦੁਆਰਾ ਇਕੱਠਾ ਕਰਦੇ ਹਾਂ। 80% ਗਿਆਨ, ਬਾਕੀ ਦਾ 20% ਸਾਡੇ ਦੂਸਰੇ ਗਿਆਨ ਇੰਦਰੀ ਇਕੱਠਾ ਕਰਦੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਉਹਦਾ ਆਕਾਰ ਵੀ ਸਾਨੂੰ ਪਤਾ ਲੱਗਦਾ, ਉਹਦੀ ਸਮਝ ਵੀ ਪੈਂਦੀ ਹੈ। ਉਹ ਜ਼ਿਆਦਾਤਰ ਅਸੀਂ ਇਹਨਾਂ ਨੇਤਰਾਂ ਦੇ ਦੁਆਰਾ ਇਕੱਤਰ ਕਰਦੇ ਹਾਂ। ਸਾਡਾ ਕਿਸੇ ਨਾਲ ਕੀ ਸੰਬੰਧ ਹੈ ਉਹ ਵੀ ਸਾਨੂੰ ਇਹਨਾਂ ਨੇਤਰਾਂ ਦੁਆਰਾ ਪਤਾ ਲੱਗਦਾ ਹੈ ਕਿ ਇਹ ਪਤਨੀ ਹੈ, ਇਹ ਪਤੀ ਹੈ, ਇਹ ਧੀ ਹੈ, ਇਹ ਪੁੱਤਰ ਹੈ, ਇਹ ਮਾਂ ਹੈ, ਬਾਪ ਹੈ, ਦੇਖ ਕੇ ਪਤਾ ਕਰਦੇ ਆ ਨਾ। ਹੁਣ ਜਿਹਦੇ ਕੋਲ ਨੇਤਰ ਨਾ ਹੋਣ, ਉਹ ਮਨੁੱਖ ਨੂੰ ਆਕਾਰ ਨਹੀਂ ਪਤਾ ਲੱਗਦੇ, ਉਹਨੂੰ ਪਤਾ ਨਹੀਂ ਲੱਗਦਾ। ਸਾਹਮਣੇ ਭਾਵੇਂ ਕੋਈ ਬੈਠਾ ਹੋਵੇ ਜਿਹਦੇ ਕੋਲ ਬਚਪਨ ਤੋਂ ਨੇਤਰ ਨਹੀਂ ਹੈ, ਮਾਂ ਨੇ ਜਨਮ ਦੇ ਦਿੱਤਾ ਪਰ ਪੁੱਤਰ ਨੂੰ ਮਾਂ ਦੇ ਆਕਾਰ ਦਾ ਪਤਾ ਨਹੀਂ, ਮਾਂ ਕਿਹੋ ਜਿਹੀ ਦਿਖਦੀ ਹੈ ਨਹੀਂ ਪਤਾ ਹੋਵੇਗਾ, ਕਿਉਂਕਿ ਉਹਦੇ ਕੋਲ ਨੇਤਰ ਨਹੀਂ ਹੈ। ਪਿਓ ਕਿੱਦਾਂ ਦਾ ਹੈ ਮੇਰਾ ਨਹੀਂ ਪਤਾ ਲੱਗੇਗਾ, ਨੇਤਰ ਨਹੀਂ ਹਨ। ਵਸਤੂਆਂ ਨੂੰ ਜਾਣਨ ਦੀ ਉਹਦੀ ਸਮਰੱਥਾ ਘਟ ਜਾਂਦੀ ਹੈ ਜਿਹਦੇ ਕੋਲ ਨੇਤਰ ਨਹੀਂ ਹੁੰਦੇ, ਜਿਸ ਮਨੁੱਖ ਦੇ ਕੋਲ ਅੱਖਾਂ ਨਹੀਂ ਹੁੰਦੀਆਂ। ਇਸ ਕਰਕੇ ਸਭ ਤੋਂ ਵੱਡਾ ਸਾਡਾ ਇਹ ਗਿਆਨ ਇੰਦਰਾ ਜਿਹੜਾ ਹੈ, ਇਹ ਅੱਖਾਂ ਹਨ, ਇਹ ਨੇਤਰ ਹਨ। ਪਰ ਸਤਿਗੁਰਾਂ ਨੇ ਨਾਲ ਇਹ ਵੀ ਗੱਲ ਗੁਰਬਾਣੀ ਦੇ ਅੰਦਰ ਕਹੀ ਹੈ ਕਿ ਜੇ ਇਹ 80% ਗਿਆਨ ਇਕੱਠਾ ਕਰਦੇ ਹਨ ਤੇ ਇਹਦੇ ਨਾਲ ਇਹ ਅਗਿਆਨ ਵੀ ਇਕੱਠਾ ਕਰਨ ਵੱਲ ਲੱਗੇ ਹੋਏ ਆ। ਸੁੱਤੇ ਹੋਏ ਨੇਤਰਾਂ ਦੀ ਗੱਲ ਮਹਾਰਾਜ ਨੇ ਕੀਤੀ ਗੁਰਬਾਣੀ ਦੇ ਵਿੱਚ ਕਿ ਇਹ ਜਿਹੜੇ ਨੈਣ ਸੁੱਤੇ ਹੋਏ ਆ, ਇਹ ਨੇਤਰ ਸੁੱਤੇ ਹੋਏ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਇਹ ਪਰ ਦ੍ਰਿਸ਼ਟ ਵਿਕਾਰਾਂ ਦੇ ਵਿੱਚ ਸੁੱਤੇ ਹੋਏ ਆ। ਇਸੇ ਕਰਕੇ ਮਹਾਰਾਜ ਅੱਜ ਕਹਿੰਦੇ ਆ ਕਿ ਭਾਈ ਇਹਨਾਂ ਨੇਤਰਾਂ ਨੂੰ ਵਰਤ, ਉਹਦੇ ਨਾਲ ਵਾਹਿਗੁਰੂ ਨੂੰ ਮਿਲਣ ਦੀ ਤੇਰੀ ਸਮਰੱਥਾ ਹੈ ਉਹਨੂੰ ਵੇਖ, ਉਸ ਨਿਰਾਕਾਰ ਨੂੰ ਵੇਖ। ਤਿੰਨ ਤਰ੍ਹਾਂ ਦਾ ਵੇਖਣਾ ਹੁੰਦਾ ਹੈ ਸਾਧ ਸੰਗਤ ਸਾਡਾ। ਪਹਿਲੀ ਦ੍ਰਿਸ਼ਟੀ ਜਿਹੜੀ ਹੁੰਦੀ ਹੈ ਉਹ ਸਾਡੀ ਹੁੰਦੀ ਹੈ ਵਿਚਾਰ ਵਾਲੀ ਦ੍ਰਿਸ਼ਟੀ। ਵਿਚਾਰ ਦੀ ਦ੍ਰਿਸ਼ਟੀ ਕੀ ਹੈ ਕਿ ਮੇਰਾ ਕੌਣ ਕਿੰਨਾ ਕੁ ਕਰਦਾ ਹੈ, ਉਸ ਹਿਸਾਬ ਨਾਲ ਆਪਾਂ ਦੇਖਦੇ ਹਾਂ ਹਰ ਕਿਸੇ ਨੂੰ। ਜੇ ਦੁਸ਼ਮਣ ਹੈ ਉਹ ਤੋਂ ਪਰੇ ਹਟ ਜਾਂਦੇ ਦੇਖ ਕੇ ਉਹਨੂੰ, ਜੇ ਦੋਸਤ ਹੈ ਉਹਦੇ ਕੋਲ ਬੈਠਦੇ ਹਾਂ। ਇਹ ਸਾਡੀ ਵਿਚਾਰ ਦੀ ਦ੍ਰਿਸ਼ਟੀ ਹੁੰਦੀ ਹੈ। ਦੂਸਰੀ ਸਾਡੀ ਹੰਕਾਰ ਦੀ ਦ੍ਰਿਸ਼ਟੀ ਹੁੰਦੀ ਹੈ। ਹੰਕਾਰ ਕਿ ਮੇਰੇ ਕੋਲ ਇੰਨਾ ਧਨ ਪਦਾਰਥ ਹੈ, ਉਹਦੇ ਅਕੋਰਡਿੰਗ ਮਨੁੱਖ ਆਪਣੇ ਯਾਰ ਦੋਸਤ ਮਿੱਤਰ ਬਣਾਉਂਦਾ ਹੈ, ਰਿਸ਼ਤੇਦਾਰੀਆਂ ਬਣਾਉਂਦਾ ਹੈ ਧਨ ਪਦਾਰਥਾਂ ਦਾ ਕਰਕੇ ਵੇਖ ਕੇ। ਇਹ ਹੰਕਾਰੀ ਦ੍ਰਿਸ਼ਟੀ ਹੁੰਦੀ ਹੈ। ਤੇ ਤੀਸਰੀ ਦ੍ਰਿਸ਼ਟੀ ਜਿਹੜੀ ਹੁੰਦੀ ਹੈ ਇਹਨਾਂ ਨੇਤਰਾਂ ਦੀ, ਵਿਕਾਰੀ ਦ੍ਰਿਸ਼ਟੀ ਹੁੰਦੀ ਹੈ। ਵਿਚਾਰ ਦੇ ਨਾਲ ਦੇਖਦੇ ਹਾਂ ਸੰਸਾਰ ਨੂੰ, ਮੇਰਾ ਕੌਣ ਹੈ, ਪਰਾਇਆ ਕੌਣ ਹੈ। ਦੂਸਰਾ ਹੰਕਾਰ ਕਰਕੇ ਵੇਖਦੇ ਹਾਂ ਸੰਸਾਰ ਨੂੰ। ਤੇ ਤੀਸਰਾ ਜਿਹੜਾ ਹੈ ਵਿਕਾਰ ਕਰਕੇ ਮਨੁੱਖ ਸੰਸਾਰ ਨੂੰ ਦੇਖਦਾ ਹੈ। ਵਿਕਾਰ ਕਰਕੇ ਪਰਾਏ ਤਨ ਨੂੰ ਦੇਖਣਾ, ਪਰਾਏ ਸਰੀਰ ਨੂੰ ਦੇਖਣਾ, ਫਿਰ ਉਹਦੇ ਅਕੋਰਡਿੰਗ ਜਿਹੜਾ ਹੈ ਆਪਣੇ ਕਰਮਾਂ ਨੂੰ ਢਾਲਣਾ। ਇਹ ਵਿਕਾਰ ਕਰਕੇ ਦੇਖਦਾ ਹੈ।
ਤੇ ਸਾਧ ਸੰਗਤ ਤੇ ਚੌਥਾ ਜਿਹੜਾ ਹੈ ਉਹ ਨਿਰੰਕਾਰੀ ਦ੍ਰਿਸ਼ਟੀ ਹੈ, ਉਹ ਵਾਹਿਗੁਰੂ ਦੀ ਦ੍ਰਿਸ਼ਟੀ ਹੈ। ਇਹਨਾਂ ਤਿੰਨ ਦ੍ਰਿਸ਼ਟੀਆਂ ਦੇ ਨਾਲ ਮਨੁੱਖ ਵੇਖਦਾ, ਪਰ ਚੌਥੀ ਜਿਹੜੀ ਨਿਰੰਕਾਰ ਨੂੰ ਦੇਖਣ ਦੀ ਦ੍ਰਿਸ਼ਟੀ ਹੈ ਉਹ ਨਹੀਂ ਦੇਖਦਾ। ਮਹਾਰਾਜ ਕਹਿੰਦੇ ਉਹ ਦੇਖਣ ਵਾਸਤੇ ਇਹ ਨੇਤਰ ਵਾਹਿਗੁਰੂ ਨੇ ਦਿੱਤੇ ਆ, ਨਿਰੰਕਾਰ ਨੂੰ ਵੇਖਣ ਵਾਸਤੇ, ਉਸ ਵਾਹਿਗੁਰੂ ਨੂੰ ਵੇਖਣ ਵਾਸਤੇ ਤੈਨੂੰ ਇਹ ਦਿੱਤੇ ਆ। ਪਰ ਤੂੰ ਇਹਨਾਂ ਨੂੰ ਭੁੱਲ ਕੇ ਤੇ ਇਹਨਾਂ ਤਿੰਨ ਦ੍ਰਿਸ਼ਟੀਆਂ ਦੇ ਵਿੱਚ ਹੀ ਲੱਗਾ, ਵਿਕਾਰਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਤੇ ਹੰਕਾਰ ਦੇ ਵਿੱਚ। ਇਸੇ ਪ੍ਰਕਾਰ ਤੂੰ ਆਪਣਾ ਜੀਵਨ ਬਤੀਤ ਕਰ ਰਿਹਾ। ਸਤਿਗੁਰਾਂ ਨੇ ਅੱਜ ਬਖਸ਼ਿਸ਼ ਇਹੀ ਕੀਤੀ ਹੈ ਕਿ ਮੇਰਿਓ ਨੇਤਰੋ, ਹਰੀ ਨੇ ਤੇਰੇ ਵਿੱਚ ਜੋਤ ਰੱਖੀ ਹੈ। ਜੋਤ ਸ਼ਬਦ ਮਹਾਰਾਜ ਨੇ ਵਰਤਿਆ। ਕਈ ਵਾਰੀ ਜਦੋਂ ਕਿਸੇ ਦੇ ਨੈਣਾਂ ਦੀ ਜੋਤ ਚਲੀ ਜਾਵੇ, ਅੱਖਾਂ ਉਸੇ ਪ੍ਰਕਾਰ ਹੁੰਦੀਆਂ ਸਰੀਰ 'ਤੇ ਲੱਗੀਆਂ ਹੋਈਆਂ, ਪਰ ਡਾਕਟਰ ਕਹਿ ਦਿੰਦਾ ਇਹਦੇ ਪਿੱਛੇ ਜੋਤ ਨਹੀਂ ਹੈ, ਮੈਂ ਕੁਝ ਨਹੀਂ ਕਰ ਸਕਦਾ। ਜੋਤ ਸਾਨੂੰ ਪਰਮੇਸ਼ਰ ਵਾਹਿਗੁਰੂ ਨੇ ਦਿੱਤੀ ਹੈ, ਉਹਦੇ ਵਿੱਚ ਮਨੁੱਖ ਕੁਝ ਨਹੀਂ ਕਰ ਸਕਦਾ। ਜਿਹਦੀ ਨਿਗਾਹ ਜਿਹੜੀ ਹੈ ਉਹ ਚਲੀ ਜਾਂਦੀ ਹੈ। ਜੇ ਉਹ ਕਿਸੇ ਡਾਕਟਰ ਕੋਲ ਜਾਵੇ, ਡਾਕਟਰ ਕਹਿ ਦਿੰਦਾ ਕਿ ਭਾਈ ਤੇਰੀ ਪਿੱਛੇ ਜੋਤ ਨਹੀਂ ਹੈ, ਮੈਂ ਕਿਵੇਂ ਕੀ ਕਰ ਸਕਦਾ। ਹਾਂ, ਆਪਰੇਸ਼ਨ ਕਰਕੇ ਦੇਖ ਲੈਂਦੇ ਹਾਂ, ਜੇ ਪਿੱਛੋਂ ਥੋੜ੍ਹੀ ਬਹੁਤੀ ਨਿਗਾਹ ਤੇਰੀ ਹੋਈ, ਜੋਤ ਹੋਈ ਤੇ ਤੂੰ ਦੇਖ ਲਵੇਂਗਾ, ਨਹੀਂ ਤੇ ਮੈਂ ਕੁਝ ਨਹੀਂ ਕਰ ਸਕਦਾ। ਇਹ ਸਤਿਗੁਰਾਂ ਨੇ ਕਿਹਾ ਕਿ ਤੇਰੇ ਅੰਦਰ ਜੋਤ ਰੱਖੀ ਇਹਨਾਂ ਨੈਣਾਂ ਦੇ ਵਿੱਚ, ਤੇ ਇਹ ਹਰੀ ਨੇ ਤੇਰੇ ਅੰਦਰ ਇਹ ਜੋਤ ਰੱਖੀ ਹੈ ਭਾਈ। ਹਰ ਬਿਨ ਅਵਰ ਨਾ ਦੇਖੋ ਕੋਈ, ਇਸ ਕਰਕੇ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਵੇਖਣਾ ਕਰ, ਹੋਰ ਕਿਸੇ ਵੱਲ ਧਿਆਨ ਨਾ ਦੇ। ਉਸ ਹਰੀ ਵਾਹਿਗੁਰੂ ਨੂੰ ਯਾਦ ਕਰ, ਉਹਦੇ ਵੱਲ ਧਿਆਨ ਦੇ ਜਿਹਨੇ ਤੇਰੇ ਇਹ ਨੇਤਰਾਂ ਨੂੰ ਜੋਤ ਬਖਸ਼ਿਸ਼ ਕੀਤੀ ਹੈ। ਪਰ ਮਨੁੱਖ ਵਿਕਾਰੀ ਦ੍ਰਿਸ਼ਟੀ ਕਰਕੇ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਤੇ ਸਾਧ ਸੰਗਤ ਇੱਕ ਅੱਖਾਂ ਦਾ, ਜੇ ਇੰਨਾ ਆਪਾਂ ਕਹਿ ਦਿੰਦੇ ਹਾਂ ਕਿ ਅੱਖਾਂ ਦਾ ਬੜਾ ਵੱਡਾ ਵਿਕਾਸ ਹੈ, 80% ਆਪਾਂ ਹੁਣੇ ਗੱਲ ਕੀਤੀ ਕਿ 80% ਜਿਹੜਾ ਗਿਆਨ ਅੱਖਾਂ ਦੁਆਰਾ ਮਿਲਦਾ ਹੈ। ਪਰ ਇੱਕ ਸਭ ਤੋਂ ਵੱਡੀ ਘਾਟ ਵੀ ਅੱਖਾਂ ਦੀ ਹੈਗੀ ਆ, ਇਹਨਾਂ ਨੇਤਰਾਂ ਦੀ। ਉਹ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਹ ਜਿਹੜੇ ਨੇਤਰਾਂ ਨੇ ਆਪਣੇ ਆਪ ਨੂੰ ਨਹੀਂ ਦੇਖ ਸਕਦੇ। ਅੱਖਾਂ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ। ਵੱਡੇ ਵੱਡੇ ਪਹਾੜ ਦੇਖ ਸਕਦੀਆਂ ਅੱਖਾਂ, ਵੱਡੀਆਂ ਵੱਡੀਆਂ ਬਿਲਡਿੰਗਾਂ ਦੇਖ ਸਕਦੀਆਂ ਇਹ ਅੱਖਾਂ, ਵੱਡੇ ਵੱਡੇ ਵਿਸ਼ਾਲ ਰੁੱਖ ਦੇਖ ਸਕਦੀਆਂ, ਨਦੀਆਂ, ਝਰਨੇ, ਸਮੁੰਦਰ ਦੇਖ ਸਕਦੀਆਂ ਇਹ ਅੱਖਾਂ। ਪਰ ਇਹ ਅੱਖਾਂ ਕਦੀ ਆਪਣੇ ਆਪ ਨੂੰ ਨਹੀਂ ਵੇਖ ਸਕਦੀ। ਅੱਖਾਂ ਨੂੰ ਆਪਣੇ ਆਪ ਨੂੰ ਵੇਖਣ ਵਾਸਤੇ ਸ਼ੀਸ਼ੇ ਦੀ ਵਰਤੋਂ ਕਰਨੀ ਪੈਂਦੀ। ਇਹਨਾਂ ਅੱਖਾਂ ਨੂੰ ਵੇਖਣ ਵਾਸਤੇ ਸ਼ੀਸ਼ੇ ਦੀ ਵਰਤੋਂ ਕਰਨੀ ਪੈਂਦੀ। ਉਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਦੇਖਦਾ, ਅੱਖਾਂ ਨੂੰ ਦੇਖਦਾ ਕਿ ਮੇਰੇ ਅੱਖਾਂ ਦਾ ਰੰਗ ਕਿਵੇਂ ਦਾ ਹੈ, ਕਿਉਂਕਿ ਇਹਨੂੰ ਫਿਰ ਵੀ ਲੋੜ ਪੈਂਦੀ ਆਪਣੇ ਆਪ ਨੂੰ ਵੇਖਣ ਵਾਸਤੇ ਕਿਸੇ ਦੂਸਰੀ ਦੀ। ਦੂਸਰੀ ਗੱਲ, ਇਹ ਅੱਖਾਂ ਜਿਹੜੀਆਂ ਹਨ ਸਾਧ ਸੰਗਤ, ਜਦੋਂ ਇਹਦੇ ਵਿੱਚ ਕੁਝ ਪੈ ਜਾਵੇ, ਹੈਰਾਨੀ ਦੀ ਗੱਲ, ਜਿਹੜੀਆਂ ਅੱਖਾਂ ਸੰਸਾਰ ਦੀ ਹਰ ਵਸਤੂ ਨੂੰ ਦੇਖ ਸਕਦੀਆਂ, ਉਹਨਾਂ ਅੱਖਾਂ ਦੇ ਵਿੱਚ ਜੇ ਕਿਤੇ ਕੋਈ ਕਣ ਮਿੱਟੀ ਦਾ ਵੀ ਪੈ ਜਾਵੇ, ਜੇ ਕੋਈ ਤੀਲਾ ਆਦਿਕ ਪੈ ਜਾਵੇ, ਉਹ ਵੀ ਸਾਨੂੰ ਕਿਸੇ ਦੂਸਰੇ ਕੋਲੋਂ ਕਢਾਉਣਾ ਪੈਂਦਾ। ਉਹ ਵੀ ਨਹੀਂ ਆਪਣੇ ਆਪ ਅੱਖਾਂ ਵੇਖ ਸਕਦੀਆਂ ਕਿ ਅੱਖ 'ਚ ਪੈ ਕੀ ਗਿਆ। ਇਸੇ ਪ੍ਰਕਾਰ ਜੇ ਆਪਾਂ ਅਧਿਆਤਮਿਕਤਾ ਦੀ ਗੱਲ ਕਰੀਏ ਤੇ ਸਾਧ ਸੰਗਤ, ਇਹ ਨੇਤਰ ਜਿਹੜੇ ਹਨ ਦੂਰ ਤੇ ਦੇਖ ਸਕਦੇ ਆ। ਦੂਰ ਧੀਆਂ ਪੁੱਤਰ ਦੂਰ ਹਨ, ਦੇਖ ਸਕਦਾ ਹੈ ਮਨੁੱਖ। ਦੂਰ ਬਿਲਡਿੰਗ ਹੈ ਕੋਈ, ਉਹਨੂੰ ਦੇਖ ਸਕਦਾ ਹੈ ਮਨੁੱਖ। ਪਰ ਆਪਣੇ ਅੰਦਰ ਜਿਵੇਂ ਕੱਖ ਪੈ ਗਿਆ ਹੋਵੇ ਅੱਖ ਦੇ ਵਿੱਚ, ਉਹ ਨਹੀਂ ਦੇਖ ਸਕਦਾ। ਇਸੇ ਪ੍ਰਕਾਰ ਨਿਰੰਕਾਰ ਸਾਡੇ ਬੜਾ ਨਜ਼ਦੀਕ ਹੈ, ਤੇ ਇਹ ਮਨੁੱਖ ਉਸ ਨਿਰੰਕਾਰ ਵਾਹਿਗੁਰੂ ਨੂੰ ਨਹੀਂ ਦੇਖ ਸਕਦਾ, ਪਰ ਜਿਹੜੀਆਂ ਦੂਰ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਦੇਖ ਸਕਦਾ। ਧੀਆਂ ਪੁੱਤਰਾਂ ਨੂੰ ਦੇਖਦਾ, ਬੜਾ ਖੁਸ਼ ਹੁੰਦਾ ਹੈ। ਧਨ ਸੰਪત્ਤੀ ਆਪਣੀ ਨੂੰ ਦੇਖਦਾ ਹੈ, ਬੜਾ ਖੁਸ਼ ਹੁੰਦਾ ਹੈ। ਪਰ ਜਿਹੜਾ ਨਿਰੰਕਾਰ, ਕਬੀਰ ਜੀ ਨੇ ਕਿਹਾ ਹੱਥ ਤੋਂ ਵੀ ਤੇਰੇ ਨੇੜੇ ਹੈ, ਉਹਨੂੰ ਨਹੀਂ ਦੇਖ ਸਕਦਾ। ਜਿਹੜਾ ਬਿਲਕੁਲ ਨੇੜੇ ਹੈ ਨਾ, ਕਹੋ ਕਬੀਰ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਜਿਹੜਾ ਬਿਲਕੁਲ ਨੇੜੇ ਹੈ ਵਾਹਿਗੁਰੂ। ਤੇ ਅਧਿਆਤਮਿਕ ਤੌਰ ਤੇ ਆਪਾਂ ਇਹ ਗੱਲ ਕਹਿ ਸਕਦੇ ਕਿ ਨੇਤਰ ਦੂਰ ਦੇਖ ਸਕਦੇ ਆ, ਪਰ ਨੇੜੇ ਨਹੀਂ ਦੇਖ ਸਕਦੇ। ਮਸਕੀਨ ਸਾਹਿਬ ਕਹਿੰਦੇ ਅੱਖਾਂ ਦਾ ਨਾਂ ਹੀ ਦੂਰਬੀਨ ਹੋਣਾ ਚਾਹੀਦਾ ਸੀ। ਅੱਖਾਂ ਦਾ ਨਾਮ ਦੂਰਬੀਨ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਦੂਰ ਦੇਖ ਸਕਦੀਆਂ, ਨੇੜੇ ਨਹੀਂ ਦੇਖ ਸਕਦੀਆਂ। ਹੁਣ ਕੋਈ ਪੜ੍ਹਨਾ ਹੋਵੇ, ਅਖਬਾਰ ਦਾ ਪੇਪਰ ਪੜ੍ਹਨਾ ਹੋਵੇ, ਕੋਈ ਕਿਤਾਬ ਪੜ੍ਹਨੀ ਹੋਵੇ, ਜੇ ਉਹ ਅੱਖਾਂ ਤੋਂ ਦੂਰ ਹੈ ਤੇ ਪੜ੍ਹੀ ਜਾ ਸਕਦੀ, ਜੇ ਨੇਤਰਾਂ ਦੇ ਉੱਤੇ ਰੱਖ ਲਈਏ ਨਹੀਂ ਪੜ੍ਹੀ ਜਾਏਗੀ। ਕਿਸੇ ਪ੍ਰਕਾਰ ਬੰਦਾ ਜਿੰਨਾ ਮਰਜ਼ੀ ਯਤਨ ਕਰ ਲੇ, ਜੇ ਬਿਲਕੁਲ ਅੱਖਾਂ ਦੇ ਉੱਪਰ ਰੱਖ ਲਈਏ ਨਹੀਂ ਪੜ੍ਹੀ ਜਾਏਗੀ। ਇਸ ਕਰਕੇ ਇਹ ਦੂਰ ਦੀਆਂ ਚੀਜ਼ਾਂ ਦੇਖ ਲੈਂਦੀ ਆ ਇਹ ਅੱਖ ਸਾਡੀ, ਪਰ ਨੇੜੇ ਜਿਹੜਾ ਨਿਰੰਕਾਰ ਵਸਦਾ ਉਹਨੂੰ ਕਦੀ ਨਹੀਂ ਦੇਖਦੀ। ਜਿਹੜਾ ਅੰਦਰ ਵਸਦਾ ਹੈ ਉਹਦੇ ਵੱਲ ਕਦੀ ਧਿਆਨ ਨਹੀਂ ਦਿੱਤਾ ਜਾਂਦਾ। ਇੱਕ ਹੋਰ ਗੱਲ ਸਾਧ ਸੰਗਤ, ਸਤਿਗੁਰਾਂ ਨੇ
ਇੱਕ ਹੋਰ ਸਾਡੇ ਜੋ ਭਾਰਤੀ ਸੰਸਕ੍ਰਿਤੀ ਹੈ ਉਹਦੇ ਅਨੁਸਾਰ 3 ਅੱਖਾਂ ਦੀ ਗੱਲ ਵੀ ਕੀਤੀ ਗਈ ਹੈ। ਕਈਆਂ ਦਾ ਨਾਮ ਹੁੰਦਾ ਤ੍ਰਿਲੋਚਨ। ਤ੍ਰੇ ਦਾ ਅਰਥ 3 ਤੇ ਲੋਚਨ ਦਾ ਅਰਥ ਅੱਖਾਂ। ਤਿਲੋਚਨ ਆਪਾਂ ਸ਼ਬਦ ਵਰਤਦੇ ਹਾਂ, ਜਿਵੇਂ ਭਗਤ ਤਿਲੋਚਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 3 ਨੇਤਰਾਂ ਦੀ ਗੱਲ ਵੀ ਕੀਤੀ ਹੈ। ਉਹ ਜਿਹੜੇ ਤੀਸਰਾ ਨੇਤਰ ਹੈ ਸਾਧ ਸੰਗਤ, ਉਹਦੀ ਮਹਾਰਾਜ ਅੱਜ ਗੱਲ ਕਰਦੇ ਪਏ ਆ ਕਿ ਭਾਈ ਉਸ ਦਿਵ ਦ੍ਰਿਸ਼ਟੀ ਦੇ ਨਾਲ ਵਾਹਿਗੁਰੂ ਨੂੰ ਵੇਖਣਾ ਕਰ। ਤੀਸਰਾ ਨੇਤਰ ਆਪਣਾ ਖੋਲ੍ਹ। ਤੀਸਰਾ ਨੇਤਰ ਖੁੱਲ੍ਹਣਾ ਕਿਵੇਂ ਹੈ? ਗੁਰੂ ਦੇ ਕੋਲ ਆ ਕੇ। ਗੁਰੂ ਉਸ ਤੀਸਰੇ ਨੇਤਰ ਨੂੰ ਖੋਲ੍ਹ ਸਕਦਾ ਹੈ। ਦੇਖਣਾ ਇਹਨਾਂ ਦੋਵਾਂ ਅੱਖਾਂ ਦੇ ਨਾਲ ਹੈ। ਕੀ ਦੇਖਣਾ ਹੈ ਉਹ ਸਾਨੂੰ ਗੁਰੂ ਸਮਝਾਉਂਦਾ ਹੈ। ਕੀ ਦੇਖਣਾ ਹੈ? ਅੱਖਾਂ ਦੇ ਨਾਲ ਸੰਸਾਰ ਦੇ ਮਨੁੱਖ ਸਾਰਾ ਕੁਝ ਦੇਖਦੇ ਆ, ਪਰ ਉਹਨੂੰ ਵਿਕਾਰੀ ਦ੍ਰਿਸ਼ਟੀ ਨੂੰ ਛੱਡ ਕੇ ਕਿਵੇਂ ਨਿਰੰਕਾਰ ਨੂੰ ਦੇਖਿਆ ਜਾਂਦਾ ਹੈ, ਉਹ ਤੀਸਰੀ ਅੱਖ ਜਿਹੜੀ ਖੋਲ੍ਹਦਾ ਹੈ ਉਹ ਗੁਰੂ ਖੋਲ੍ਹਦਾ ਹੈ। ਮਹਾਰਾਜ ਦੱਸਣਗੇ ਅੱਜ ਦੀ ਇਸ ਪੌੜੀ ਦੇ ਅੰਦਰ। ਨਾਲ ਨਾਲ ਆਪਾਂ ਵਿਚਾਰ ਲੈ ਕੇ ਚੱਲੀਏ। ਸਤਿਗੁਰ ਕਹਿੰਦੇ ਮੇਰਿਓ ਨੇਤਰੋ, ਇਹ ਮੇਰੀਓ ਅੱਖੋ, ਤੁਹਾਡੇ ਵਿੱਚ ਪਰਮੇਸ਼ਰ ਨੇ ਆਪਣੀ ਜੋਤ ਰੱਖੀ ਹੈ, ਅਤੇ ਇਸ ਕਰਕੇ ਹਰੀ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਦੇਖੋ। ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ। ਇਹਦਾ ਭਾਵ ਕਿ ਹੁਣ ਸੰਸਾਰ ਨੂੰ ਵੇਖਣਾ ਛੱਡ ਦਈਏ? ਨਹੀਂ, ਆਪਣੀ ਦ੍ਰਿਸ਼ਟੀ ਨੂੰ ਬਦਲ ਲਿਆ ਜਾਵੇ। ਜੋ ਦੇਖਦੇ ਹਾਂ ਇਹ ਬੇਗਾਨਾ ਹੈ, ਇਹ ਪਰਾਇਆ ਹੈ, ਉਹ ਦ੍ਰਿਸ਼ਟੀ ਛੱਡ ਦਿੱਤੀ ਜਾਵੇ। ਕਹਿ ਦਿੱਤਾ ਹੈ ਅੱਜ ਆ ਕੇ ਸਿੱਖਾਂ ਨੇ, ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਕੋਲ ਜੰਗ ਨਹੀਂ ਹੁੰਦੀ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ? ਸਤਿਗੁਰੂ ਸੱਚੇ ਪਾਤਸ਼ਾਹ ਫੜੋ ਕਿਰਪਾਨਾਂ, ਅਸੀਂ ਜੰਗ ਨਹੀਂ ਕਰਦੇ। ਗੱਲ ਕੀ ਹੋ ਗਈ ਦੱਸੋ ਤੇ ਸਹੀ। ਮਹਾਰਾਜ ਅਸੀਂ ਮਾਰਦੇ ਹਾਂ ਦੁਸ਼ਮਣ ਨੂੰ, ਉਹਨਾਂ ਨੂੰ ਘਾਇਲ ਕਰਕੇ ਸੁੱਟ ਦਿੰਦੇ ਹਾਂ, ਮਾਰ ਕੇ ਸੁੱਟ ਦਿੰਦੇ ਹਾਂ। ਆਹ ਤੁਹਾਡਾ ਪਿਆਰਾ ਸਿੱਖ ਭਾਈ ਕਨ੍ਹਈਆ ਉਹਨਾਂ ਦੇ ਮੂੰਹ 'ਚ ਜਲ ਪਾ ਕੇ ਫਿਰ ਜਵਾਈ ਜਾਂਦਾ। ਮਹਾਰਾਜ ਅਸੀਂ ਨਹੀਂ ਲੜ ਸਕਦੇ। ਸ਼ਿਕਾਇਤ ਹੋ ਗਈ, ਬੁਲਾਇਆ ਭਾਈ ਕਨ੍ਹਈਏ ਨੂੰ। ਭਾਈ ਕਨ੍ਹਈਆ ਕੀ ਕਹਿੰਦੇ ਆ ਸਿੱਖ? ਸਤਿਗੁਰੂ ਮੈਨੂੰ ਨਹੀਂ ਪਤਾ ਕਿ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਪਿਆਉਣਾ ਕਿ ਜਾਂ ਕਿਸੇ ਆਪਣੇ ਨੂੰ ਪਾਣੀ ਪਿਆਉਣਾ, ਮੈਨੂੰ ਤਾਂ ਸਾਰੇ ਤੇਰੇ ਵਰਗੇ ਲੱਗਦੇ। ਤੂੰ ਹੀ ਮੈਨੂੰ ਸਮਝਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ। ਮਹਾਰਾਜ ਤੁਸੀਂ ਮੈਨੂੰ ਸਮਝਾਇਆ ਤੇ ਮੈਂ ਬੇਗਾਨੇ ਦੇ ਵਿੱਚ ਤੇ ਆਪਣੇ ਦੇ ਵਿੱਚ ਫਰਕ ਕਿਵੇਂ ਕਰ ਸਕਦਾ? ਇਹੋ ਜਿਹੀ ਦ੍ਰਿਸ਼ਟੀ ਆ ਜਾਵੇ। ਇਸੇ ਕਰਕੇ ਮਹਾਰਾਜ ਕਹਿੰਦੇ ਹਰ ਬਿਨਾ ਵਰਨਾ ਦੇਖੋ ਕੋਈ। ਇਹ ਹੁੰਦਾ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖਣਾ। ਭੁੱਲ ਜਾਣਾ ਕਿ ਇਹਦੇ ਵਿੱਚ ਕੋਈ ਫਰਕ ਹੈ, ਮੇਰੇ ਵਿੱਚ ਕੋਈ ਫਰਕ ਹੈ। ਇੱਕ ਸਮ ਦ੍ਰਿਸ਼ਟਾ ਸਾਡੇ ਜੀਵਨ 'ਚ ਆ ਜਾਵੇ, ਬਰਾਬਰ ਕਰਕੇ ਜਾਣੀਏ ਹਰ ਕਿਸੇ ਨੂੰ। ਸਤਿਗੁਰ ਕਹਿੰਦੇ ਭਾਈ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਵੇਖਣਾ ਕਰ। ਹਰ ਬਿਨ ਆਵਰ ਨਾ ਦੇਖਾਂ ਕੋਈ, ਨਦਰੀ ਹਰ ਨੇ ਹਾਲਿਆ। ਭਾਈ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ। ਨਦਰੀ ਹਰ ਨਿਹਾਲਿਆ, ਉਸ ਹਰੀ ਨੂੰ ਨਿਹਾਲੋ ਇਹਨਾਂ ਨਦਰ ਦੇ ਨਾਲ, ਇਸ ਨਿਗਾਹ ਦੇ ਨਾਲ। ਆਪਣੇ ਨਜ਼ਰੀਏ ਨੂੰ ਬਦਲ ਲਈਏ, ਵੇਖਣ ਦਾ ਢੰਗ ਬਦਲ ਲਈਏ। ਧਨ ਪਦਾਰਥ ਕੋਲ ਹੈ ਤੇ ਢੰਗ ਬਦਲ ਲਈਏ ਕਿ ਜੇ ਮੈਂ ਅਮੀਰ ਹਾਂ ਤੇ ਮੈਂ ਕਿਸੇ ਦੇ ਵਾਸਤੇ ਕੀ ਕਰ ਸਕਦਾ, ਇਹ ਸੋਚਣਾ ਕਰੀਏ ਕਿ ਕਿਸੇ ਦੇ ਵਾਸਤੇ ਮੈਂ 4 ਪੈਸੇ ਦੇ ਸਕਦਾ, ਗੁਰੂ ਵਾਸਤੇ ਦਸਵੰਧ ਦੇ ਸਕਦਾ ਜੇ ਧਨ ਪਦਾਰਥ ਕੋਲ ਹੈ। ਇਹ ਨਜ਼ਰੀਆ ਬਦਲ ਲਈਏ ਕਿ ਜੇ ਮੇਰੇ ਕੋਲ ਧਨ ਪਦਾਰਥ ਚੰਗਾ ਹੈ ਤੇ ਮੇਰੇ ਨਾਲ ਦਾ ਜਿਹੜਾ ਗੁਆਂਢੀ ਹੈ ਜੇ ਉਹ ਭੁੱਖਾ ਮਰ ਜਾਵੇ ਤੇ ਮੇਰੇ ਧਨ ਪਦਾਰਥ ਦਾ ਕੀ ਫਾਇਦਾ? ਇਹ ਨਜ਼ਰੀਆ ਬਦਲੀਏ। ਨਦਰੀ ਹਰ ਨਿਹਾਲਿਆ, ਇਸ ਪ੍ਰਕਾਰ ਉਸ ਨਦਰ ਦੇ ਨਾਲ ਹਰੀ ਨੂੰ ਨਿਹਾਲਣਾ ਕਰੀਏ। ਹੁਣ ਸਾਧ ਸੰਗਤ ਇਹ ਭੁੱਲ ਹੈ ਸਾਡੀ ਕਿ ਵਾਹਿਗੁਰੂ ਸਾਡੇ ਸਾਹਮਣੇ ਆਕਾਰ ਰੂਪ 'ਚ ਆ ਕੇ ਦਰਸ਼ਨ ਦੇਵੇਗਾ ਤੇ ਇਹਨਾਂ ਅੱਖਾਂ ਨਾਲ ਵੇਖ ਲਵਾਂਗੇ। ਨਹੀਂ, ਸੰਸਾਰ ਦੇ ਵਿੱਚੋਂ ਨਿਰੰਕਾਰ ਨੂੰ ਦੇਖਣਾ ਹੈ। ਸੰਸਾਰ ਦੇ ਵਿੱਚੋਂ, ਸੰਸਾਰ ਦੇ ਲੋਕਾਂ ਦੇ ਵਿੱਚੋਂ, ਕਿਉਂਕਿ ਮਹਾਰਾਜ ਨੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਤੇ ਜੇ ਸਾਰਿਆਂ ਦੇ ਵਿੱਚ ਚਾਨਣ ਹੈ ਤੇ ਫਿਰ ਨਿਰੰਕਾਰ ਨੂੰ ਲੱਭਣ ਵਾਸਤੇ ਕਿਤੇ ਦੂਰ ਥੋੜ੍ਹੀ ਜਾਣਾ ਪਵੇਗਾ। ਫਿਰ ਉਹ ਡਿੱਗ ਪੈਂਦਾ ਹੈ ਆਪਣੇ ਆਸੇ ਪਾਸਿਓਂ, ਆਪਣਿਆਂ 'ਚੋਂ, ਬਗਾਨਿਆਂ 'ਚੋਂ, ਹਰ ਕਿਸੇ ਦੇ ਵਿੱਚੋਂ। ਜਦੋਂ ਮਨੁੱਖ ਇੱਕ ਮਨੁੱਖਤਾ ਨੂੰ ਜਾਣ ਕੇ, ਸਰਬੱਤ ਨੂੰ ਜਾਣ ਕੇ, ਫਿਰ ਉਹਦਾ ਭਲਾ ਵੀ ਸਿੱਖ ਤਾਈਓ ਮੰਗਦਾ। ਸਰਬੱਤ ਦਾ ਭਲਾ ਕਿਉਂ ਮੰਗਦਾ ਹੈ? ਕਿਉਂਕਿ ਸਿੱਖ ਨੂੰ ਪਤਾ ਹੁੰਦਾ ਹੈ ਕਿ ਇਹ ਸਾਰਿਆਂ ਦੇ ਅੰਦਰ ਹਰੀ ਦੀ ਜੋਤ ਹੈ ਤੇ ਉਸ ਹਰੀ ਨੂੰ ਵੇਖਣ ਵਾਸਤੇ ਫਿਰ ਉਹ ਮਨੁੱਖਤਾ ਦੀ ਸੇਵਾ ਵਾਸਤੇ ਚੱਲਦੇ ਆ। ਫਿਰ ਉਹ ਵਿਕਾਰੀ ਦ੍ਰਿਸ਼ਟੀ ਨਹੀਂ ਰੱਖਦੇ, ਫਿਰ ਉਹ ਵਿਚਾਰ ਵਾਲੀ ਦ੍ਰਿਸ਼ਟੀ ਨਹੀਂ ਰੱਖਦੇ, ਨਾ ਉਹ ਹੰਕਾਰ ਵਾਲੀ ਦ੍ਰਿਸ਼ਟੀ ਰੱਖਦੇ। ਫਿਰ ਉਹ ਸੰਸਾਰ 'ਚ ਨਿਰੰਕਾਰ ਨੂੰ ਦੇਖ ਲੈਂਦੇ ਆ, ਉਹਨੂੰ ਸਮਝ ਲੈਂਦੇ ਆ। ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਦੇਖ ਨਦਰੀ ਹਰ ਨਿਹਾਲਿਆ, ਉਹਨੂੰ ਵਾਹਿਗੁਰੂ ਨੂੰ ਦੇਖਣਾ ਕਰ। ਇਹੋ ਵਿਸ ਸੰਸਾਰ ਤੁਮ ਦੇਖਦੇ,
एहो हर का रूप है, हर रूप नदरी आया। ये संसार, विस दा अर्थ है विश्व, जिन्ना भी विश्व है, जिन्ना भी संसार है, महाराज कहते तुम देखदे ये नेत्रो मेरे, तुसीं जिहड़ा संसार देखदे हो ये हरि का रूप है। हरि का रूप नदरी आया, ये ਉਹਦਾ रूप है, ਉਹਨੂੰ ਜਿਹੜਾ ਆਪਣੀ इस निगाह ਦੇ ਨਾਲ नदर ਦੇ ਨਾਲ देखो। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਪਾਂ ਪੜ੍ਹਦੇ ਹਾਂ ਜਦੋਂ, ਨੂਰ ਜਹਾਂ ਜਹਾਂਗੀਰ ਦੀ ਪਤਨੀ ਹੈ, ਜਦੋਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਕੋਈ ਰਹਿਬਰ ਹੈ, ਕੋਈ ਪੈਗੰਬਰ ਹੈ, ਅਕਾਲ ਪੁਰਖ ਦੇ ਭੇਜੇ ਹੋਏ ਗੁਰੂ ਹਰਗੋਬਿੰਦ ਸਾਹਿਬ ਨੇ ਛੱਡ ਦਿੱਤਾ ਮਹਾਰਾਜ ਨੂੰ। ਫਿਰ ਕਾਫੀ ਸਮਾਂ ਸਤਿਗੁਰਾਂ ਦੇ ਨਾਲ ਇਹਨੇ ਆਪਣਾ ਸੰਬੰਧ ਜੋੜੀ ਰੱਖਿਆ ਸੀ, ਬੜੇ ਪਿਆਰ ਨਾਲ ਮਹਾਰਾਜ ਦੀ ਸੇਵਾ ਕੀਤੀ। ਇੱਕ ਦਿਨ ਨੂਰ ਜਹਾਂ ਦੀ ਪਤਨੀ ਨੇ ਕਿਹਾ, ਬੜੀ ਸੁੰਦਰ ਸੀ, ਉਹਨੇ ਸੋਚਿਆ ਕਿ ਕਿਉਂ ਨਾ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ। ਸਤਿਗੁਰਾਂ ਕੋਲ ਸੁਨੇਹਾ ਭੇਜਿਆ। ਸਤਿਗੁਰਾਂ ਨੇ ਕਿਹਾ ਨੂਰ ਜਹਾਂ ਤੈਨੂੰ ਆਉਣ ਦੀ ਇਜਾਜ਼ਤ ਹੈ, ਪਰ ਪਰਦਾ ਕਰਕੇ ਨਾ ਆਈ ਗੁਰੂ ਘਰ ਦੇ ਵਿੱਚ, ਕਿਉਂਕਿ ਇਸਲਾਮ ਦੇ ਵਿੱਚ ਪਰਦਾ ਕਰਨਾ ਜ਼ਰੂਰੀ ਹੁੰਦਾ, ਬੁਰਕਾ ਪਾਉਣਾ। ਸਤਿਗੁਰਾਂ ਨੇ ਕਿਹਾ ਇਜਾਜ਼ਤ ਹੈ, ਪਰ ਪਰਦਾ ਕਰਕੇ ਨਹੀਂ ਸਾਡੇ ਸਾਹਮਣੇ ਆਉਣਾ। ਨੂਰ ਜਹਾਂ ਕਹਿੰਦੀ ਠੀਕ ਹੈ ਜੀ। ਆਈ ਹੈ ਨੂਰ ਜਹਾਂ, ਸਤਿਗੁਰਾਂ ਦੇ ਹਜ਼ੂਰ ਆਣ ਕੇ ਬੈਠ ਗਈ। ਸੁੰਦਰ ਬਹੁਤ ਸੀ। ਜਹਾਂਗੀਰ ਨੇ ਇਹਦੇ ਘਰ ਵਾਲੇ ਨੂੰ ਮਾਰ ਕੇ ਇਹਦੇ ਨਾਲ ਵਿਆਹ ਕਰ ਲਿਆ ਸੀ। ਆਣ ਕੇ ਬੈਠ ਗਈ। ਸਤਿਗੁਰਾਂ ਨੇ ਸਰਸਰੀ ਨਗਾ ਇਹਦੇ ਵੱਲ ਮਾਰੀ, ਆਸ਼ੀਰਵਾਦ ਦਿੱਤਾ ਤੇ ਬੈਠ ਗਈ। ਕੁਝ ਸਮਾਂ ਬੈਠੀ ਰਹੀ, ਮਹਾਰਾਜ ਨੇ ਇਹਦੇ ਵੱਲ ਤੱਕਿਆ ਤੱਕ ਨਹੀਂ। ਜਦੋਂ ਕੁਝ ਸਮਾਂ ਬੈਠੀ ਹੈ, ਮਹਾਰਾਜ ਨੂੰ ਸਵਾਲ ਕੀਤਾ, ਸੰਬੋਧਨ ਹੋ ਗਏ। ਕਹਿੰਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਕਹਿੰਦੀ ਮੇਰੇ ਨਾਲ ਜਿਹੜਾ ਵੀ ਵਹਿੰਦਾ ਹੈ ਨਾ, ਅੱਜ ਤੱਕ ਜਿੰਨੇ ਵੀ ਦੇਖਿਆ ਉਹਦੀ ਨਿਗਾਹ ਕਦੀ ਮੇਰੇ ਤੋਂ ਹਟੀ ਨਹੀਂ। ਜਿੰਨੇ ਵੀ ਮੇਰੇ ਵੱਲ ਦੇਖਿਆ ਉਹਨੇ ਕਦੀ ਆਪਣੀ ਨਿਗਾਹ ਮੇਰੇ ਤੋਂ ਪਾਸੇ ਨਹੀਂ ਕੀਤੀ, ਪਰ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਕਿ ਤੁਸੀਂ ਇੱਕੋ ਵਾਰੀ ਮੇਰੇ ਵੱਲ ਨਿਗਾਹ ਮਾਰੀ ਆ, ਜਦੋਂ ਮੈਂ ਆਈ ਹਾਂ ਉਸ ਤੋਂ ਬਾਅਦ ਤੁਸੀਂ ਮੇਰੇ ਵੱਲ ਵੇਖਿਆ ਹੀ ਨਹੀਂ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਆ ਕਿ ਨੂਰ ਜਹਾਂ ਤੂੰ ਆਪਣੇ ਨੂਰ ਦਾ ਹੰਕਾਰ ਕਰਦੀ ਆ। ਨੂਰ ਦਾ ਅਰਥ ਹੁੰਦਾ ਸੁੰਦਰਤਾ, ਪ੍ਰਕਾਸ਼। ਆਪਣੇ ਨੂਰ ਦਾ ਤੂੰ ਹੰਕਾਰ ਕਰਦੀ ਆ, ਪਰ ਜਿਹੜਾ ਤੇਰੇ ਤੋਂ ਵੀ ਵੱਡਾ ਨੂਰ ਦੇਖ ਲਵੇ, ਉਹਨੂੰ ਤੇਰੇ ਵਰਗੇ ਨੂਰ ਵੇਖਣ ਦੀ ਲੋੜ ਨਹੀਂ ਪੈਂਦੀ। ਨੂਰ ਜਾਂ ਇੱਕਦਮ ਚਿੰਤਾ 'ਚ ਪੈ ਗਈ ਕਿ ਮੇਰੇ ਤੋਂ ਸੁੰਦਰ ਕੌਣ ਆ ਗਈ। ਉਹ ਕਹਿੰਦੀ ਮਹਾਰਾਜ ਮੇਰੇ ਨਾਲੋਂ ਸੁੰਦਰ ਨੂਰ ਕਿਹਦੇ ਵਿੱਚ ਹੈ ਜਿਹਨੂੰ ਤੁਸੀਂ ਵੇਖਦੇ ਹੋ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਮਹਾਰਾਜ ਕਹਿੰਦੇ ਜਿਹੜੇ ਨੂਰ ਤੋਂ ਇਹ ਸਾਰਾ ਜਗਤ ਬਣਿਆ ਹੈ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਕਹਿੰਦੇ ਨੂਰ ਜਾਂ ਜਿਨ੍ਹੇ ਉਸ ਅਕਾਲ ਪੁਰਖ ਨੂੰ ਵੇਖ ਲਿਆ ਇਹਨਾਂ ਨਿਗਾਹ ਦੇ ਨਾਲ, ਉਹ ਫਿਰ ਇਹ ਸੰਸਾਰ ਦੇ ਨੂਰ ਨੂੰ ਨਹੀਂ ਦੇਖਦੇ, ਰੱਬ ਦੇ ਪਿਆਰੇ ਸੰਸਾਰ ਦੇ ਨੂਰ ਨੂੰ ਨਹੀਂ ਦੇਖਦੇ। ਉਹ ਅੱਲਾ ਨੂੰ ਹੀ ਨਿਹਾਰਦੇ, ਭਾਵੇਂ ਕਿਸੇ ਨੂੰ ਦੇਖ ਲੈਣ, ਉਹ ਵਿਕਾਰੀ ਦ੍ਰਿਸ਼ਟੀ ਨਾਲ ਨਹੀਂ ਦੇਖਦੇ। ਸਤਿਗੁਰੂ ਕਹਿੰਦੇ ਅਸੀਂ ਨਹੀਂ ਤੈਨੂੰ ਦੇਖਿਆ, ਅਸੀਂ ਤੇਰੇ ਨੂੰ ਵੱਡੇ ਨੂਰ ਨੂੰ, ਉਸ ਅਕਾਲ ਪੁਰਖ ਨੂੰ ਦੇਖ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਸਮਝਾ ਰਹੇ ਕਿ ਵਿਸ਼ਵ ਨੂੰ ਦੇਖਦੇ ਹੋ, ਸੰਸਾਰ ਨੂੰ ਦੇਖਦੇ ਹੋ, ਇਸ ਤਰ੍ਹਾਂ ਜਾਣੋ ਕਿ ਹਰੀ ਦਾ ਰੂਪ ਹੈ। ਬੜਾ ਜਾਣਨਾ ਔਖਾ ਹੈ ਮਨੁੱਖ, ਕਿਉਂਕਿ ਵੰਡੀਆਂ ਸਾਡੇ ਅੰਦਰ ਤਾਂ ਹੀ ਆ। ਇਹ ਚੰਗਾ ਹੈ, ਇਹ ਮਾੜਾ ਹੈ, ਇਹ ਜਾਤ ਕਰਕੇ ਉੱਚਾ ਹੈ, ਜਾਤ ਕਰਕੇ ਨੀਵਾਂ, ਧਨ ਕਰਕੇ ਉੱਚਾ ਹੈ, ਧਨ ਕਰਕੇ ਨੀਵਾਂ ਹੈ, ਧਰਮ ਕਰਕੇ ਵਖਰੇਵੇਂ ਸਾਡੇ ਵਿੱਚ ਕਿਉਂ ਹਨ? ਕਿਉਂਕਿ ਅਸੀਂ ਹਰੀ ਦਾ ਰੂਪ ਅਜੇ ਨਹੀਂ ਜਾਣਦੇ। ਮਹਾਰਾਜ ਸਾਨੂੰ ਸਮਝਾਉਂਦੇ ਵਿਸ਼ਵ ਸੰਸਾਰ ਨੂੰ ਭਾਈ ਜੇ ਦੇਖਣਾ ਹੈ ਤੇ ਹਰੀ ਦਾ ਰੂਪ ਕਰਕੇ ਦੇਖੋ। ਹਰ ਰੂਪ ਨਦਰੀ ਆਇਆ, ਇਹ ਹਰੀ ਦਾ ਰੂਪ ਹੀ ਨਦਰ ਦੇ ਵਿੱਚ ਆਇਆ। ਇਹ ਸਾਹਮਣਾ ਜਿੰਨਾ ਵੀ ਸਾਰਾ ਸੰਸਾਰ ਹੈ ਹਰੀ ਦਾ ਰੂਪ ਹੈ। ਹਰੀ ਦਾ ਰੂਪ ਕਰਕੇ ਜਾਣੋ। ਅਤੇ ਗੁਰਮੁਖ ਪਿਆਰੇ ਜਿਹੜੇ ਹੁੰਦੇ ਆ ਸਾਧ ਸੰਗਤ, ਉਹ ਹਰੀ ਦਾ ਰੂਪ ਕਰਕੇ ਜਾਣਦੇ ਹੋ। ਕਿਸੇ ਵੀ ਵਸਤੂ ਨੂੰ ਤੱਕ ਲੈਣ, ਉਹ ਬੜੀ ਸੁੰਦਰ ਸਮਝਾਉਣ ਵਾਸਤੇ ਗਾਥਾ ਆਉਂਦੀ ਹੈ ਕਿ ਉਹ ਫਕੀਰ ਤੁਰਿਆ ਜਾਂਦਾ, ਬੜੀ ਸੁੰਦਰ ਔਰਤ ਛੱਤ 'ਤੇ ਵਾਲ ਸੁਕਾਉਂਦੀ ਹੈ, ਉੱਥੇ ਖੜ੍ਹ ਕੇ ਉਹਨੂੰ ਦੇਖਣ ਲੱਗ ਪੈਂਦਾ। ਉਹ ਦੇਖਦਿਆਂ ਔਰਤ ਦੀ ਨਿਗਾਹ ਉੱਧਰ ਪੈਂਦੀ ਹੈ ਅਤੇ ਫਕੀਰ ਨੂੰ ਝਿੜਕਾਂ ਮਾਰਨ ਲੱਗ ਜਾਂਦੀ। ਫਕੀਰ ਤਾਂ ਵੀ ਉਹਦੇ ਵੱਲ ਦੇਖਦਾ। ਉਹ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਕਿ ਉਹ ਸਾਹਮਣੇ ਮੇਰੇ ਭਿਖਾਰੀ ਫਕੀਰ ਖਲੋਤਾ ਇੱਕ ਮੈਨੂੰ ਤੱਕੀ ਜਾਂਦਾ। ਉਹਦਾ ਘਰ ਵਾਲਾ ਪੌੜੀਆਂ ਉਤਰ ਕੇ ਥੱਲੇ ਆਉਂਦਾ ਅਤੇ ਆ ਕੇ 2 ਥੱਪੜ ਉਹਦੇ ਮਾਰ ਦਿੰਦਾ। ਜਦੋਂ ਥੱਪੜ ਮਾਰ ਕੇ ਤਾਂ ਜਾਣ ਲੱਗਦਾ, ਛੱਤ ਚੜ੍ਹਨ ਲੱਗਦਾ, ਪੌੜੀਆਂ ਤੋਂ ਪੈਰ ਤਿਲਕਦਾ ਅਤੇ ਥੱਲੇ ਡਿੱਗਦਾ, ਮਰ ਜਾਂਦਾ। ਫਿਰ ਉਹੀ ਔਰਤ ਭੱਜੀ ਆਉਂਦੀ, ਆਣ ਕੇ ਕਹਿੰਦੀ ਫਕੀਰ ਜੀ ਤੁਸੀਂ ਮੇਰਾ ਘਰ ਵਾਲਾ ਮਾਰ ਦਿੱਤਾ।
ਉਹ ਡਿੱਗ ਕੇ ਪੌੜੀਆਂ 'ਚ ਮਰ ਗਿਆ। ਉਹ ਕਹਿੰਦਾ ਮੈਂ ਨਹੀਂ ਮਾਰਿਆ, ਤੇ ਖਸਮਾਂ ਦੀ ਲੜਾਈ ਹੋਈ ਹੈ, ਇਹ ਤੇ ਖਸਮਾਂ ਦੀ ਲੜਾਈ ਹੋਈ ਹੈ। ਤੂੰ ਆਪਣੇ ਖਸਮ ਨੂੰ ਭੇਜਿਆ, ਉਹਨੇ ਮੇਰੇ 'ਤੇ ਜ਼ੋਰ ਚਲਾ ਲਿਆ। ਹੁਣ ਮੇਰੇ ਖਸਮ ਦਾ ਜ਼ੋਰ ਚੱਲਿਆ, ਉਹਨੇ ਤੇਰੇ ਘਰ ਵਾਲੇ ਤੇ ਤੇਰੇ ਖਸਮ 'ਤੇ ਜ਼ੋਰ ਚਲਾ ਲਿਆ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ, ਭਾਵੇਂ ਕਿਸੇ ਨੂੰ ਵੀ ਤੱਕਣ, ਕਿਸੇ ਦਾ ਸੁਹਾਪਣ ਤੱਕ ਲੈਣ, ਉਹਨਾਂ ਦੇ ਅੰਦਰ ਵਿਕਾਰ ਨਹੀਂ ਹੁੰਦਾ। ਉਹ ਅਸਲ ਦੇ ਵਿੱਚ ਉਸ ਨਿਰੰਕਾਰ ਨੂੰ ਨਿਹਾਰਦੇ ਹੁੰਦੇ ਜਿਹਨੇ ਕੁਦਰਤ ਬਣਾਈ ਹੈ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਵਾਹਿਗੁਰੂ, ਵਾਹਿਗੁਰੂ ਦਾ ਅਸਲੀ ਅਚਰਜਤਾ ਹੁੰਦੀ ਹੈ ਕਿ ਵਾਹ ਤੂੰ ਕਿੰਨਾ ਵਿਸ਼ਾਲ ਹੈ ਗੁਰੂ, ਹੇ ਚਾਨਣ ਸਰੂਪ ਵਾਹਿਗੁਰੂ ਤੂੰ ਕਿੰਨਾ ਪ੍ਰਕਾਸ਼ਮਾਨ ਹੈ, ਵਾਹ ਹੈ ਤੂੰ, ਅਚਰਜ ਹੈ। ਕਿਉਂ ਅਚਰਜ ਹੈ? ਕਿਉਂਕਿ ਨਿਰੰਕਾਰ ਹੈ ਤੂੰ, ਨਿਰਾਕਾਰ ਹੈ। ਉਹਦੇ ਤੱਕ ਪਹੁੰਚ ਸਾਡੀ ਬਣ ਜਾਵੇ। ਸਤਿਗੁਰ ਕਹਿੰਦੇ ਨਦਰੀ, ਇਸ ਨਦਰ ਦੇ ਨਾਲ ਉਹਨੂੰ ਨਿਹਾਰ, ਉਸ ਵਾਹਿਗੁਰੂ ਨੂੰ ਦੇਖ, ਹਰ ਰੂਪ ਨਦਰੀ ਆਇਆ। ਇਹ ਹਰੀ ਦਾ ਰੂਪ ਹੀ ਨਜ਼ਰ ਚਾਵੇ ਤੈਨੂੰ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਸਤਿਗੁਰੂ ਕਹਿੰਦੇ ਹੁਣ ਇਹਨਾਂ ਨੇਤਰਾਂ ਨੂੰ ਸਮਝ ਕਿੱਥੋਂ ਆਵੇ ਕਿ ਸਾਰਾ ਕੁਝ ਇੱਕ ਹੈ, ਉਹ ਸਾਰਿਆਂ ਦੇ ਅੰਦਰ ਜੋਤ ਇੱਕ ਹੈ, ਸਮਝ ਕਿਵੇਂ ਆਵੇ? ਤੇ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਬੁੱਝਿਆ, ਗੁਰੂ ਦੇ ਕੋਲੋਂ ਪਤਾ ਲੱਗਣਾ ਹੀ, ਹੋਰ ਕਿਤੇ ਉਹਨੇ ਪਤਾ ਲੱਗਣਾ। ਵਾਰ-ਵਾਰ ਸ਼ਬਦ ਗੁਰ ਪ੍ਰਸਾਦ ਆਇਆ। ਸਾਧ ਸੰਗਤ ਆਪਾਂ ਜ਼ਿਆਦਾਤਰ ਪੌੜੀਆਂ ਜਿਹੜੀਆਂ ਵਿਚਾਰੀਆਂ ਨੇ, ਪਿਛਲੀਆਂ ਪੌੜੀਆਂ ਦੇ ਅੰਦਰ ਗੁਰ ਪ੍ਰਸਾਦ ਦੀ ਵਰਤੋਂ ਮਹਾਰਾਜ ਨੇ ਕੀਤੀ। ਤੇ ਜਿਹੜਾ ਮਨੁੱਖ ਗੁਰੂ ਦੇ ਕੋਲੋਂ ਆਣ ਕੇ ਬੈਠ ਜਾਂਦਾ ਹੈ ਤੇ ਬੁੱਝ ਲੈਂਦਾ ਹੈ ਉਹ ਸੰਸਾਰ ਦੀ ਗਾਥਾ। ਉਹ ਪੁਰਾਣੇ ਸਮਿਆਂ 'ਚ ਹੁੰਦਾ ਸੀ ਨਾ ਕਿ ਉਹ ਪਹਿਲੋਂ ਐਂਟਰਟੇਨਮੈਂਟ ਦਾ ਸਾਧਨ ਤੇ ਕੋਈ ਹੁੰਦਾ ਨਹੀਂ ਸੀ, ਉਹ ਬੁਝਾਰਤਾਂ ਪਾਉਂਦੇ ਹੁੰਦੇ ਸਨ। ਮੰਜਿਆਂ 'ਤੇ ਬੈਠ ਜਾਣਾ, ਸਾਰਿਆਂ ਨੇ ਬੁਝਾਰਤਾਂ ਪਾਉਣੀਆਂ। ਜਿਹੜਾ ਬੁਝਾਰਤ ਪਾਉਂਦਾ ਹੁੰਦਾ ਸੀ, ਬਾਤ ਪਾਉਂਦਾ ਹੁੰਦਾ ਸੀ, ਤੇ ਜਿਹੜਾ ਬੁੱਝਦਾ ਹੁੰਦਾ ਸੀ ਨਾ, ਉਹਨੇ ਕਈ ਵਾਰੀ ਕਹਿਣਾ ਮੈਨੂੰ ਪਤਾ ਨਹੀਂ ਲੱਗਾ ਤਾਂ ਦੱਸ ਦੇ। ਤੇ ਜਿਹਨੇ ਬੁਝਾਰਤ ਪਾਈ ਹੁੰਦੀ ਸੀ ਉਹ ਕਹਿੰਦਾ ਹੁੰਦਾ ਸੀ ਪਹਿਲੋਂ ਕਹਿ ਮੈਂ ਹਾਰ ਗਿਆ, ਉਹਨੇ ਕਹਿਣਾ ਹਾਂ ਮੈਂ ਹਾਰ ਗਿਆ, ਫਿਰ ਉਹ 1 ਸਕਿੰਟ ਦੇ ਵਿੱਚ ਦੱਸ ਦਿੰਦਾ ਹੁੰਦਾ ਸੀ ਕਿ ਇਹਦਾ ਮਤਲਬ ਆਹ ਹੈ। ਇਸੇ ਪ੍ਰਕਾਰ ਗੁਰੂ ਦੇ ਕੋਲੋਂ ਬੁੱਝਿਆ ਤਾਂ ਜਾ ਸਕਦਾ ਜੇ ਗੁਰੂ ਕੋਲੋਂ ਹਾਰ ਜੀਏ ਗੁਰੂ ਦੇ ਕੋਲੋਂ। ਨੇਤਰਾਂ ਨਾਲ ਦੇਖ ਕੇ ਆਪਣੇ ਗਿਆਨ ਨੂੰ ਵਧਾਉਣ ਦਾ ਯਤਨ ਕਰਦੇ ਹਾਂ, ਬੜਾ ਕੁਝ ਦੇਖਦੇ ਹਾਂ, ਸਮਝਦੇ ਹਾਂ ਕਿ ਸ਼ਾਇਦ ਇਹ ਗਿਆਨ ਜਿੰਨਾ ਮੈਨੂੰ ਹੈ ਉਹਨਾਂ ਹੋਰ ਕਿਸੇ ਨੇ ਨਹੀਂ ਹੋਣਾ। ਪਰ ਮਹਾਰਾਜ ਕਹਿੰਦੇ ਜੇ ਗੁਰੂ ਦੇ ਅੱਗੇ ਹਾਰ ਜਾਵੇਗਾ ਨਾ, ਮਹਾਰਾਜ ਮੈਨੂੰ ਤਾਂ ਕੁਝ ਪਤਾ ਹੀ ਨਹੀਂ, ਸਮਝਾ ਦਿਓ। ਤੇ ਫਿਰ ਸਤਿਗੁਰੂ ਕਹਿੰਦੇ ਕੁਝ ਪਤਾ ਲੱਗ ਸਕਦਾ ਹੈ। ਫਿਰ ਗੁਰ ਪ੍ਰਸਾਦੀ ਬੁੱਝਿਆ, ਫਿਰ ਬੁੱਝ ਸਕਦਾ ਹੈ। ਜਾਂ ਵੇਖਾਂ ਹਰ ਇੱਕ ਹੈ, ਫਿਰ ਵੇਖੇਗਾ ਹਰ ਪਾਸੇ ਇੱਕ ਹੈ, ਇੱਕ ਹੀ ਵਾਹਿਗੁਰੂ ਹੈ। ਫਿਰ ਤੈਨੂੰ ਨਜ਼ਰੀ ਆਏਗਾ ਘਟ ਦੇ ਵਿੱਚ, ਹਰ ਜਗ੍ਹਾ ਦੇ ਉੱਤੇ, ਸਭ ਜਗ੍ਹਾ ਦੇ ਉੱਤੇ ਬ੍ਰਹਮ ਦੀ ਦ੍ਰਿਸ਼ਟੀ ਤੇਰੀ ਹੋ ਜਾਵੇਗੀ। ਹਰ ਕਣ ਦੇ ਵਿੱਚੋਂ ਰਮਿਆ ਹੋਇਆ ਵਾਹਿਗੁਰੂ ਤੈਨੂੰ ਦਿਸੇਗਾ। ਸਤਿਗੁਰੂ ਕਹਿੰਦੇ ਆ ਹਰ ਬਿਨ ਅਵਰ ਨਾ ਕੋਈ, ਹਰੀ ਤੋਂ ਬਿਨਾਂ ਫਿਰ ਕੋਈ ਹੋਰ ਦਿਖਦਾ ਹੀ ਨਹੀਂ। ਗੁਰਮੁਖ ਪਿਆਰਿਆਂ ਨੂੰ ਕੋਈ ਨਹੀਂ ਦਿਖਦਾ ਹਰੀ ਤੋਂ ਬਿਨਾਂ। ਉਹ ਸਦਾ ਹੀ ਹਰੀ ਨੂੰ ਜਪਦੇ ਆ, ਉਹ ਵਾਹਿਗੁਰੂ ਨੂੰ ਜਪਦੇ, ਸਦਾ ਉਹਨਾਂ ਦੀ ਦ੍ਰਿਸ਼ਟੀ ਉਸ ਵਾਹਿਗੁਰੂ ਨਾਲ ਜੁੜ ਜਾਂਦੀ ਹੈ। ਮਹਾਰਾਜ ਕਹਿੰਦੇ ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਮਹਾਰਾਜ ਕਹਿੰਦੇ ਨੇਤਰ ਅੰਨੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਗੁਰਬਾਣੀ ਅੰਦਰ ਬੜੀ ਸੁੰਦਰ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦੀਆਂ ਅੱਖਾਂ ਹਨ ਉਹ ਅਸਲ 'ਚ ਅੰਨੇ ਨਹੀਂ ਆ। ਜਿਨ੍ਹਾਂ ਦੀਆਂ 2 ਅੱਖਾਂ ਹਨ, ਸੰਸਾਰ ਨੂੰ ਵੇਖਦੇ ਆ, ਉਹ ਅੰਨੇ ਨਹੀਂ ਆ। ਪਰ ਮਹਾਰਾਜ ਕਹਿੰਦੇ ਅੰਨੇ ਉਹ ਹਨ ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੀਂ। ਲੋਇਣ ਦਾ ਅਰਥ ਵੀ ਅੱਖਾਂ ਹੁੰਦੀਆਂ, ਨੇਤਰ ਹੁੰਦੇ ਆ। ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੀਂ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ। ਮਹਾਰਾਜ ਕਹਿੰਦੇ ਜਿਹੜੇ ਖਸਮ ਨੂੰ ਭੁੱਲ ਜਾਂਦੇ ਆ, ਵਾਹਿਗੁਰੂ ਨੂੰ ਭੁੱਲ ਜਾਂਦੇ, ਉਹਨੂੰ ਨਹੀਂ ਨਿਹਾਰਦੇ, ਉਹ ਅਸਲ ਅੰਨੇ ਆ। ਦੂਸਰੇ ਅੰਨਿਆਂ ਦੀ ਗਿਣਤੀ ਸੰਸਾਰ 'ਚ 1% ਵੀ ਨਹੀਂ ਹੋਣੀ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ। ਪਰ ਜਿੰਨੀਆਂ ਵਿਕਾਰੀ ਅੱਖਾਂ ਹਨ, ਜਿਹੜੇ ਸੰਸਾਰ ਤੋਂ ਬਿਨਾਂ ਹੋਰ ਕੁਝ ਦੇਖਦੇ ਹੀ ਨਹੀਂ, ਜਿਹੜੇ ਆਪਣੇ ਤੇ ਪਰਾਏ ਦਾ ਫਰਕ ਕਰਦੇ ਆ, ਉਹ ਤੇ ਸਾਧ ਸੰਗਤ ਗਿਣਤੀ 'ਚ ਬਹੁਤ ਹਨ। ਮਹਾਰਾਜ ਕਹਿੰਦੇ ਇਹ ਨੇਤਰ ਅੰਨੇ ਸਨ। ਕਹਿ ਨਾਨਕ ਇਹ ਨੇਤਰ ਅੰਧ ਸੇ, ਅੰਨੇ ਸਨ ਇਹ ਨੇਤਰ, ਅੰਨੇ ਸਨ। ਇਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ, ਬਸ ਵਿਕਾਰ ਹੀ ਕਮਾਈ ਜਾਣੇ, ਸਾਰਾ ਦਿਨ ਦੇਖੀ ਜਾਣਾ ਪਰਾਏ ਸਰੀਰਾਂ ਨੂੰ, ਵਿਕਾਰੀ ਦ੍ਰਿਸ਼ਟੀ ਦੇ ਨਾਲ ਆਪਣਾ ਪਰਾਇਆ ਜਾਣ ਕੇ ਦੇਖੀ ਜਾਣਾ, ਹੰਕਾਰ ਹੀ ਕਰੀ ਜਾਣਾ ਆਪਣੀ ਮਾਇਆ ਵੱਲ ਵੇਖ ਕੇ। ਮਹਾਰਾਜ ਕਹਿੰਦੇ ਇਹੋ ਜਿਹੀ ਦ੍ਰਿਸ਼ਟੀ ਸੀ, ਇਹਦੇ ਵਿੱਚ ਅੰਨੇ ਹੋਏ ਪਏ ਸਾਂ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰੂ ਮਿਲ ਗਿਆ ਫਿਰ ਬ੍ਰਹਮ ਦ੍ਰਿਸ਼ਟੀ ਆ ਗਈ, ਫਿਰ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ, ਫਿਰ ਉਸ ਅਕਾਲ ਪੁਰਖ ਦੇ ਨਾਲ ਨਾਤਾ ਜੁੜ ਗਿਆ।
ਕਹਿ ਦਿੱਤਾ ਫਿਰ ਬਾਬੇ ਫਰੀਦ ਜੀ ਨੇ ਵੀ, ਕਹਿੰਦੇ ਕਿ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਫਿਰ ਬ੍ਰਹਮ ਦ੍ਰਿਸ਼ਟੀ ਹੋ ਗਈ ਕਿ ਹੁਣ ਤੇ ਫਿਰ ਵਾਹਿਗੁਰੂ ਨੂੰ ਦੇਖਣ ਦੀ ਆਸ ਹੈ ਮਨ 'ਚ। ਇਹ ਵਿਕਾਰ ਰੂਪੀ ਖਾਓ, ਮੇਰੇ ਸਰੀਰ ਨੂੰ ਤੇ ਭਾਵੇਂ ਖਾ ਲਓ ਪਰ ਇਹਨਾਂ ਨੇਤਰਾਂ ਨੂੰ ਨਾ ਖਾਓ। ਆ ਜਾਵੇ ਸਾਡੇ ਅੰਦਰ ਵੀ ਇਹ ਦ੍ਰਿਸ਼ਟੀ ਭਾਈ ਕਨ੍ਹਈਆ ਜੀ ਵਾਲੀ, ਆ ਜਾਵੇ ਸਾਡੇ ਅੰਦਰ ਦ੍ਰਿਸ਼ਟੀ ਬਾਬਾ ਫਰੀਦ ਜੀ ਵਾਲੀ। ਜੇ ਸਤਿਗੁਰੂ ਕਿਰਪਾ ਕਰਨ ਇਹ ਦਿਵ ਦ੍ਰਿਸ਼ਟੀ ਸਾਨੂੰ ਪ੍ਰਾਪਤ ਹੋ ਜਾਵੇ, ਉਹ ਤੀਸਰਾ ਨੇਤਰ ਜਿਹਦੀ ਗੱਲ ਮਹਾਰਾਜ ਨੇ ਕਹੀ ਆ ਉਹ ਸਾਡੇ ਜੀਵਨ 'ਚ ਆ ਜਾਵੇ। ਅਸੀਂ ਵੀ ਕਹੀਏ ਦੋਏ ਦੋਏ ਲੋਚਨ ਵੇਖਾਂ, ਮੈਂ ਹਰ ਬਿਨ ਅਵਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਮੇਰਾ ਮਨ ਕਤਹੁ ਹੋ ਨਾ ਜਾਏ। ਇਹ ਜੀਵਨ ਦੇ ਵਿੱਚ ਅਵਸਥਾ ਆ ਜਾਵੇ। ਸੋ ਸਤਿਗੁਰੂ ਰਹਿਮਤ ਕਰਨ 6ਵੀਂ ਪੌੜੀ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਰਹਿਮਤ ਕਰਨ ਸਾਡੇ ਅੰਦਰ ਵੀ ਭਾਵਨਾ ਨਾਮਦਾਨ ਗੁਰਸਿੱਖੀ ਜੀਵਨ ਸਤਿਗੁਰੂ ਬਖਸ਼ਿਸ਼ ਕਰਨ। ਇਹਨਾਂ ਨੇਤਰਾਂ ਦੇ ਨਾਲ ਵਾਹਿਗੁਰੂ ਨੂੰ ਤੱਕਣ ਦੀ ਸਾਨੂੰ ਵੀ ਜਾਚ ਆ ਜਾਵੇ, ਆਕਾਰ ਤੋਂ ਨਿਰਾਕਾਰ ਦਾ ਸਾਡਾ ਰਸਤਾ ਜਿਹੜਾ ਪੂਰਨ ਹੋ ਸਕੇ। ਸੋ ਹੋਈਆਂ ਭੁੱਲਾਂ ਦੀ ਖਿਮਾ ਸਮਾਪਤੀ ਹੈ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ